ਹੈਲੋ ਸਟੂਡੈਂਟਸ, कैसे हो ਤੁਸੀਂ? ਹੋਪ ਹੈ ਕਿ ਤੁਸੀਂ ਵਧੀਆ ਹੋਵੋਗੇ। ਕੋਵਿਡ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਉਸ ਨੂੰ ਤੁਸੀਂ ਫੋਲੋ ਕਰ ਰਹੇ ਹੋਵੋਗੇ ਅਤੇ ਆਪਸੀ ਦੂਰੀ ਬਣਾਏ ਰੱਖੇ ਹੋਵੋਗੇ। ਠੀਕ ਹੈ ਸਟੂਡੈਂਟਸ, ਇਸੇ ਕਰਕੇ ਅਸੀਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਂ ਮੋਨਿਕਾ ਬੰਸਲ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਮਲੇਰਕੋਟਲਾ ਤੋਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਈ ਹਾਂ। ਇਸ ਵੀਡੀਓ ਵਿੱਚ ਅਸੀਂ ਅੱਜ ਭਾਰਤੀ ਸੰਸਦੀ ਪ੍ਰਣਾਲੀ ਨੂੰ ਡਿਸਕਸ ਕਰਾਂਗੇ। ਠੀਕ ਹੈ ਬੱਚਿਓ, ਸਭ ਤੋਂ ਪਹਿਲਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤੀ ਸੰਸਦੀ ਪ੍ਰਣਾਲੀ ਹੈ ਕੀ। ਹੁਣ ਧਿਆਨ ਨਾਲ ਸੁਣਿਓ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਸੰਸਦੀ ਸਰਕਾਰ ਸ਼ਾਸਨ ਦੀ ਉਹ ਪ੍ਰਣਾਲੀ ਹੈ ਜਿਸ ਵਿੱਚ ਕਾਰਜਪਾਲਿਕਾ ਯਾਨੀ ਕਿ ਮੰਤਰੀ ਮੰਡਲ ਆਪਣੇ ਸਮੁੱਚੇ ਕੰਮਾਂ ਦੇ ਲਈ ਵਿਧਾਨਪਾਲਿਕਾ ਯਾਨੀ ਕਿ ਸੰਸਦ ਦੇ ਸਾਹਮਣੇ ਜਵਾਬਦੇਹ ਹੁੰਦੀ ਹੈ ਅਤੇ ਤਦੋਂ ਤੱਕ ਆਪਣੇ ਅਹੁਦੇ 'ਤੇ ਰਹਿੰਦੀ ਹੈ ਜਦ ਤੱਕ ਇਸ ਨੂੰ ਸੰਸਦ ਦਾ ਵਿਸ਼ਵਾਸ ਪ੍ਰਾਪਤ ਹੁੰਦਾ ਹੈ। ਜਿਸ ਸਮੇਂ ਕਾਰਜਪਾਲਿਕਾ ਸੰਸਦ ਦਾ ਵਿਸ਼ਵਾਸ ਗੁਆ ਬੈਠੇ ਤਦ ਕਾਰਜਪਾਲਿਕਾ ਨੂੰ ਅਸਤੀਫਾ ਦੇਣਾ ਪੈਂਦਾ ਹੈ। ਸੰਸਦੀ ਸਰਕਾਰ ਨੂੰ ਜਵਾਬਦੇਹ ਸਰਕਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸਰਕਾਰ ਆਪਣੇ ਸਮੁੱਚੇ ਕਾਰਜਾਂ ਲਈ ਯਾਨੀ ਕਿ ਕੰਮਾਂ ਲਈ ਜਵਾਬਦੇਹ ਹੁੰਦੀ ਹੈ। ਇਸ ਸਰਕਾਰ ਨੂੰ ਕੈਬਨਿਟ ਸਰਕਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਕਾਰਜਪਾਲਿਕਾ ਦੀਆਂ ਸ਼ਕਤੀਆਂ ਕੈਬਨਿਟ ਰਾਹੀਂ ਵਰਤੀਆਂ ਜਾਂਦੀਆਂ ਹਨ। ਕਿਸ ਰਾਹੀਂ ਵਰਤੀਆਂ ਜਾਂਦੀਆਂ ਹਨ? ਕੈਬਨਿਟ ਰਾਹੀਂ ਵਰਤੀਆਂ ਜਾਂਦੀਆਂ ਹਨ। ਸੰਸਦੀ ਸਰਕਾਰ ਨੂੰ ਕਈ ਲੋਕ ਜ਼ਿੰਮੇਵਾਰ ਸਰਕਾਰ ਯਾਨੀ ਕਿ ਰਿਸਪੌਂਸੀਬਲ ਗਵਰਨਮੈਂਟ ਜਾਂ ਮੰਤਰੀ ਮੰਡਲ ਪ੍ਰਣਾਲੀ ਦੀ ਸਰਕਾਰ ਯਾਨੀ ਕਿ ਕੈਬਨਿਟ ਫਾਰਮ ਆਫ ਗਵਰਨਮੈਂਟ ਜਾਂ ਫਿਰ ਪ੍ਰਧਾਨ ਮੰਤਰੀ ਪ੍ਰਣਾਲੀ ਦੀ ਸਰਕਾਰ ਯਾਨੀ ਕਿ ਪ੍ਰਾਈਮ ਮਿਨਿਸਟਰਲ ਫਾਰਮ ਆਫ ਗਵਰਨਮੈਂਟ ਵੀ ਆਖ ਦਿੰਦੇ ਹਨ। ਭਾਰਤੀ ਸੰਸਦੀ ਪ੍ਰਣਾਲੀ ਨੂੰ ਜਾਣਨ ਦੇ ਲਈ ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ ਅੰਗਾਂ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਹੁਣ ਮੈਂ ਤੁਹਾਨੂੰ ਕੁਐਸਚਨ ਆਨਸਰ ਮੈਥਡ ਦੇ ਰਾਹੀਂ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਿ ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ ਕਿੰਨੇ ਅੰਗ ਹੁੰਦੇ ਹਨ। ਧਿਆਨ ਨਾਲ ਸੁਣਿਓ। ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ 3 ਅੰਗ ਹੁੰਦੇ ਹਨ। ਕਿੰਨੇ ਅੰਗ ਹੁੰਦੇ ਹਨ? 3 ਅੰਗ ਹੁੰਦੇ ਹਨ। ਕਿਹੜੇ ਅੰਗ ਹੁੰਦੇ ਹਨ? ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ। ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ। ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ ਧਿਆਨ ਨਾਲ ਸੁਣਿਓ। ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ ਸਰਕਾਰ ਦੇ 2 ਰੂਪ ਹੁੰਦੇ ਹਨ। ਸਰਕਾਰ ਦੇ ਕਿੰਨੇ ਰੂਪ ਹੁੰਦੇ ਹਨ? 2 ਰੂਪ ਹੁੰਦੇ ਹਨ। ਕਿਹੜੇ ਕਿਹੜੇ ਹੈ ਇਹਨਾਂ ਦੇ ਨਾਮ? ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ। ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ। ਜਿਨ੍ਹਾਂ ਦੇਸ਼ਾਂ ਵਿੱਚ, ਹੁਣ ਧਿਆਨ ਨਾਲ ਸੁਣਿਓ, ਜਿਨ੍ਹਾਂ ਦੇਸ਼ਾਂ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿਚਕਾਰ ਗੂੜਾ ਸੰਬੰਧ ਹੈ। ਕੀ ਹੈ? ਗੂੜਾ ਸੰਬੰਧ ਹੈ। ਕਿਹਨਾਂ ਦੇ ਵਿੱਚ? ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ। ਉਹਨਾਂ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ। ਅਤੇ ਜਿਨ੍ਹਾਂ ਦੇਸ਼ਾਂ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਗੂੜਾ ਸੰਬੰਧ ਨਹੀਂ ਹੈ ਉਹਨਾਂ ਦੇਸ਼ਾਂ ਵਿੱਚ ਪ੍ਰਧਾਨਗੀ ਸਰਕਾਰ ਹੈ। ਕਿਹੜੀ ਸਰਕਾਰ ਹੈ? ਪ੍ਰਧਾਨਗੀ ਸਰਕਾਰ ਹੈ। ਪਿਆਰੇ ਬੱਚਿਓ, ਹੁਣ ਧਿਆਨ ਨਾਲ ਸੁਣੋ। ਭਾਰਤ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿਚਕਾਰ ਗੂੜਾ ਸੰਬੰਧ ਹੈ। ਕਿਹੜਾ ਸੰਬੰਧ ਹੈ? ਗੂੜਾ ਸੰਬੰਧ ਹੈ। ਇਸ ਲਈ ਭਾਰਤ ਦੇ ਵਿੱਚ ਸੰਸਦੀ ਸਰਕਾਰ ਹੈ। ਕਿਹੜੀ ਸਰਕਾਰ ਹੈ? ਸੰਸਦੀ ਸਰਕਾਰ ਹੈ। ਦੇਖੋ, ਹੁਣ ਮੈਂ ਤੁਹਾਡੇ ਤੋਂ ਕੁਐਸਚਨਸ ਪੁੱਛੂੰਗੀ। ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ ਕਿੰਨੇ ਅੰਗ ਹਨ? ਉੱਤਰ ਹੈ ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ 3 ਅੰਗ ਹਨ। ਦੂਸਰਾ ਕੁਐਸਚਨ, ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ ਤਿੰਨੋਂ ਅੰਗਾਂ ਦੇ ਨਾਮ ਲਿਖੋ। ਆਨਸਰ ਹੈ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ। ਠੀਕ ਹੈ, ਹੁਣ ਤੀਸਰਾ ਕੁਐਸਚਨ ਹੈ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਸੰਬੰਧਾਂ ਦੇ ਆਧਾਰ 'ਤੇ ਸਰਕਾਰ ਦੇ ਕਿੰਨੇ ਰੂਪ ਹਨ? ਇਸ ਦਾ ਉੱਤਰ ਹੈ ਸੰਸਦੀ ਸਰਕਾਰ ਅਤੇ ਪ੍ਰਧਾਨਗੀ ਸਰਕਾਰ। ਚੌਥਾ ਪ੍ਰਸ਼ਨ ਹੈ ਭਾਰਤ ਦੇ ਵਿੱਚ ਕਿਹੜੀ ਸਰਕਾਰ ਪਾਈ ਜਾਂਦੀ ਹੈ? ਭਾਰਤ ਦੇ ਵਿੱਚ ਸੰਸਦੀ ਸਰਕਾਰ ਪਾਈ ਜਾਂਦੀ ਹੈ। ਜੇਕਰ ਤੁਸੀਂ ਇਹਨਾਂ ਕੁਐਸਚਨਾਂ ਨੂੰ ਵੀ ਧਿਆਨ ਨਾਲ ਸੁਣ ਲਓ ਤਾਂ ਤੁਹਾਡਾ ਇਹ ਟੌਪਿਕ ਜਿਹੜਾ ਹੈ ਤੁਹਾਨੂੰ ਸਮਝ ਲੱਗਣਾ ਸ਼ੁਰੂ ਹੋ ਜਾਏਗਾ। ਬੱਚੇ, ਹੁਣ ਅਸੀਂ ਡਿਸਕਸ ਕਰਾਂਗੇ ਆਰਗਨਸ ਆਫ ਗਵਰਨਮੈਂਟ। ਕੀ ਡਿਸਕਸ ਕਰਾਂਗੇ? ਆਰਗਨ ਆਫ ਗਵਰਨਮੈਂਟ। ਠੀਕ ਹੈ, ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਵਿਧਾਨਪਾਲਿਕਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਜਿਹੜੀ ਗਵਰਨਮੈਂਟ ਹੈ ਉਸ ਦੇ 3 ਅੰਗ ਹਨ: ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਵਿਧਾਨਪਾਲਿਕਾ। ਵਿਧਾਨਪਾਲਿਕਾ ਨੂੰ ਅਸੀਂ 2 ਭਾਗਾਂ ਵਿੱਚ ਵੰਡ ਲਿਆ। ਇੱਕ ਤਾਂ ਕੇਂਦਰ ਅਤੇ ਰਾਜ। ਕੇਂਦਰ ਅਤੇ ਰਾਜ।
ਧਿਆਨ ਨਾਲ ਦੇਖੋ, ਕੇਂਦਰ ਫਿਰ ਰਾਜ। ਕੇਂਦਰ ਦੇ ਵਿੱਚ यानी कि सेंटर ਦੇ ਵਿੱਚ ਕੀ ਹੁੰਦੀ ਹੈ? ਸੰਸਦ ਹੁੰਦੀ ਹੈ। ਕੀ ਹੁੰਦੀ ਹੈ? ਸੰਸਦ ਹੁੰਦੀ ਹੈ। ਸੰਸਦ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਲੈਂਦੇ ਹਨ, ਰਾਜ ਸਭਾ ਅਤੇ ਲੋਕ ਸਭਾ। ਠੀਕ ਹੈ। ਜਿਹੜੀ ਰਾਜਾਂ ਦੇ ਵਿੱਚ ਹੁੰਦੀ ਹੈ, ਰਾਜਾਂ ਦੇ ਵਿੱਚ ਹੁੰਦੀ ਹੈ ਵਿਧਾਨ ਮੰਡਲ। ਕੀ ਹੁੰਦੀ ਹੈ? ਵਿਧਾਨ ਮੰਡਲ। ਇਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਲੈਂਦੇ ਹਨ, ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ। ਹੋਪ ਹੈ ਕਿ ਤੁਹਾਨੂੰ ਵਿਧਾਨ ਪਾਲਿਕਾ ਅੱਛੀ ਤਰ੍ਹਾਂ ਨਾਲ ਸਮਝ ਲੱਗ ਗਈ ਹੋਊਗੀ। ਹੁਣ ਬਾਰੀ ਆਉਂਦੀ ਹੈ ਕਾਰਜਪਾਲਿਕਾ ਦੀ। ਕਾਰਜਪਾਲਿਕਾ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਲਿਆ ਹੈ, ਕੇਂਦਰ ਅਤੇ ਸਟੇਟ। ਕੇਂਦਰ ਯਾਨੀ ਕਿ ਸੈਂਟਰ ਅਤੇ ਸਟੇਟ ਦੇ ਵਿਚਕਾਰ ਵੰਡ ਲਿਆ ਹੈ। ਕੇਂਦਰ ਦੇ ਵਿੱਚ ਸਥਾਈ ਕਾਰਜਪਾਲਿਕਾ ਹੁੰਦੀ ਹੈ ਅਤੇ ਇਸ ਦੇ ਨਾਲ ਨਾਲ ਅਸਥਾਈ ਕਾਰਜਪਾਲਿਕਾ ਹੁੰਦੀ ਹੈ। ਅਸਥਾਈ ਕਾਰਜਪਾਲਿਕਾ ਦੇ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਹੁੰਦਾ ਹੈ। ਮੰਤਰੀ ਪਰਿਸ਼ਦ ਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ, ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ। ਮੰਤਰੀ ਪਰਿਸ਼ਦ ਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ? ਮੰਤਰੀ ਪਰਿਸ਼ਦ ਨੂੰ ਅਸੀਂ ਤਿੰਨ ਭਾਗਾਂ 'ਚ ਵੰਡ ਸਕਦੇ ਹਾਂ, ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ। ਹੁਣ ਜਿਹੜੀ ਬਾਰੀ ਆ ਰਹੀ ਹੈ ਸਾਡੀ, ਉਹ ਹੈ ਰਾਜਾਂ ਦੀ। ਰਾਜਾਂ ਦੇ ਵਿਚਕਾਰ ਵੀ ਇਸੇ ਤਰੀਕੇ ਨਾਲ ਇੱਕ ਸਥਾਈ ਕਾਰਜਪਾਲਿਕਾ ਹੁੰਦੀ ਹੈ। ਕਿਹੜੀ ਕਾਰਜਪਾਲਿਕਾ ਹੁੰਦੀ ਹੈ? ਸਥਾਈ। ਅਤੇ ਇਸ ਦੇ ਨਾਲ ਨਾਲ ਅਸਥਾਈ। ਇਸ ਦੇ ਨਾਲ ਨਾਲ ਕਿਹੜੀ ਹੁੰਦੀ ਹੈ? ਅਸਥਾਈ। ਅਸਥਾਈ ਦੇ ਵਿੱਚ ਅਸਥਾਈ ਕਾਰਜਪਾਲਿਕਾ ਹੁੰਦੀ ਹੈ। ਕਿਹੜੀ ਕਾਰਜਪਾਲਿਕਾ ਹੁੰਦੀ ਹੈ? ਅਸਥਾਈ ਕਾਰਜਪਾਲਿਕਾ। ਠੀਕ ਹੈ। ਇਸ ਨੂੰ ਵੀ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ। ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਨ? ਤਿੰਨ, ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ। ਇਸ ਦੇ ਵਿੱਚ ਵੀ ਜਿਹੜੀ ਮੰਤਰੀ ਪਰਿਸ਼ਦ ਹੈ ਉਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਧਿਆਨ ਨਾਲ ਦੇਖਿਓ, ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ। ਕਿਹੜੇ ਤਿੰਨ ਭਾਗ ਨੇ? ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ। ਇਸ ਜਿਹੜਾ ਮੈਂ ਤੁਹਾਨੂੰ ਮਾਡਲ ਹੁਣੀ ਸਮਝਾਇਆ ਹੈ, ਇਸ ਨੂੰ ਜੇਕਰ ਤੁਸੀਂ 2 ਜਾਂ 3 ਵਾਰ ਧਿਆਨ ਨਾਲ ਦੇਖੋਗੇ, ਤੁਹਾਨੂੰ ਸਾਰੀ ਹੀ ਇਹ ਜਿਹੜੀ ਆਪਣੀ ਸਰਕਾਰ ਚੱਲ ਰਹੀ ਹੈ, ਠੀਕ ਹੈ, ਉਸ ਦੇ ਬਾਰੇ ਤੁਹਾਨੂੰ ਜਿਹੜਾ ਨਕਸ਼ਾ ਹੈ ਪੂਰਾ ਕਲੀਅਰ ਹੋ ਜਾਊਗਾ। ਠੀਕ ਹੈ। ਉਸ ਦੇ ਬਾਅਦ ਜਿਹੜੀ ਹੁਣ ਸਾਡੀ ਵਾਰੀ ਆਉਂਦੀ ਹੈ, ਉਹ ਆਉਂਦੀ ਹੈ ਨਿਆਂਪਾਲਿਕਾ ਦੀ। ਕਿਸ ਦੀ ਵਾਰੀ ਆਉਂਦੀ ਹੈ? ਨਿਆਂਪਾਲਿਕਾ ਦੀ, ਜਿਸ ਨੂੰ ਅਸੀਂ ਜੁਡੀਸ਼ਰੀ ਵੀ ਕਹਿੰਦੇ ਹਨ। ਇਹਦੇ ਵਿੱਚ ਕੋਰਟਸ ਨੂੰ ਡਿਸਕਸ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਜਿਹੜੀ ਸਭ ਤੋਂ ਬੜੀ ਕੋਰਟ ਆਉਂਦੀ ਹੈ, ਉਹ ਆਉਂਦੀ ਹੈ ਸੁਪਰੀਮ ਕੋਰਟ। ਉਸ ਤੋਂ ਬਾਅਦ ਆਉਂਦੀ ਹੈ ਹਾਈ ਕੋਰਟ। ਫਿਰ ਉਸ ਤੋਂ ਬਾਅਦ ਆਉਂਦੀ ਹੈ ਡਿਸਟ੍ਰਿਕਟ ਕੋਰਟ। ਕਿਹੜੀ ਆਉਂਦੀ ਹੈ? ਡਿਸਟ੍ਰਿਕਟ ਕੋਰਟ। ਹੁਣ ਅਸੀਂ ਡਿਸਕਸ ਕਰਾਂਗੇ ਭਾਰਤੀ ਸੰਸਦੀ ਪ੍ਰਣਾਲੀ ਦੀ ਵਿਸ਼ੇਸ਼ਤਾਵਾਂ। ਠੀਕ ਹੈ। ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਉਹ ਹੈ ਨਾਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿੱਚ ਭੇਦ। ਠੀਕ ਹੈ। ਇਸ ਨੂੰ ਜਾਣਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਾਮਾਤਰ ਕਾਰਜਪਾਲਿਕਾ ਕਿਹੜੀ ਹੈ ਅਤੇ ਵਾਸਤਵਿਕ ਕਾਰਜਪਾਲਿਕਾ ਕਿਹੜੀ ਹੈ। ਭਾਰਤ ਵਿੱਚ ਕੇਂਦਰ ਵਿੱਚ ਰਾਸ਼ਟਰਪਤੀ ਅਤੇ ਰਾਜਾਂ ਵਿੱਚ ਰਾਜਪਾਲ ਜਿਹੜਾ ਕੀ ਹੈ ਉਹ ਨਾਮਾਤਰ ਦੇ ਕਾਰਜਸਾਧਕ ਮੁਖੀ ਹਨ ਅਤੇ ਵਾਸਤਵ ਵਿੱਚ ਇਹਨਾਂ ਦੀਆਂ ਕਾਰਜਸਾਧਕੀ ਸ਼ਕਤੀਆਂ ਦਾ ਪ੍ਰਯੋਗ ਮੰਤਰੀ ਪਰਿਸ਼ਦ ਇਹਨਾਂ ਦੇ ਨਾਂ 'ਤੇ ਕਰਦਾ ਹੈ। ਹੁਣ ਧਿਆਨ ਨਾਲ ਸੁਣਿਓ, ਭਾਰਤ ਦੇ ਸੰਵਿਧਾਨ ਵਿੱਚ ਕੀਤੀ ਗਈ 42ਵੀਂ ਸੋਧ ਅਨੁਸਾਰ ਰਾਸ਼ਟਰਪਤੀ ਦੀ ਨਾਮਾਤਰ ਦੀ ਸਥਿਤੀ ਨੂੰ ਸਪਸ਼ਟ ਕਰਦਿਆਂ ਸੰਵਿਧਾਨ ਦੀ ਧਾਰਾ 74 ਯਾਨੀ ਕਿ 74 ਅਧੀਨ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ, ਜਿਸ ਦਾ ਮੁਖੀ ਕੌਣ ਹੋਏਗਾ? ਪ੍ਰਧਾਨ ਮੰਤਰੀ ਹੋਏਗਾ ਅਤੇ ਰਾਸ਼ਟਰਪਤੀ ਆਪਣੇ ਕਾਰਜ ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ ਕਰੇਗਾ। ਠੀਕ ਹੈ। ਇਹ ਤਾਂ ਸੀ ਸਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਵਿਸ਼ੇਸ਼ਤਾ ਜਿਹੜੀ ਕਿ ਤੁਹਾਨੂੰ ਜਾਣਨੀ ਬਹੁਤ ਜ਼ਰੂਰੀ ਸੀ ਕਿ ਨਾਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਕਿਹੜੀ ਹੁੰਦੀ ਹੈ। ਹੁਣ ਸਾਡੇ ਕੋਲ ਸੈਕਿੰਡ ਪੁਆਇੰਟ ਹੈ ਪ੍ਰਧਾਨ ਮੰਤਰੀ ਦੀ ਅਗਵਾਈ। ਪ੍ਰਧਾਨ ਮੰਤਰੀ ਮੰਤਰੀਆਂ ਦੀ ਸੂਚੀ ਤਿਆਰ ਕਰਦਾ ਹੈ, ਉਹਨਾਂ ਵਿਚਕਾਰ ਮਹਿਕਮਿਆਂ ਦੀ ਵੰਡ ਕਰਦਾ ਹੈ, ਲੋੜ ਪੈਣ 'ਤੇ ਮਹਿਕਮਿਆਂ ਦੀ ਅਦਲਾ ਬਦਲੀ ਕਰਦਾ ਹੈ, ਮੰਤਰੀਆਂ ਦੇ ਆਪਸੀ ਮਤਭੇਦਾਂ ਨੂੰ ਮਿਟਾਉਂਦਾ ਹੈ ਅਤੇ ਉਹਨਾਂ ਵਿੱਚ ਤਾਲਮੇਲ ਸਥਾਪਿਤ ਕਰਦਾ ਹੈ। ਲੋੜ ਪੈਣ 'ਤੇ ਉਹ ਮੰਤਰੀਆਂ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਆਖ ਸਕਦਾ ਹੈ। ਠੀਕ ਹੈ। ਉਦਾਹਰਣ ਵਜੋਂ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਵਿਦਿਆ ਚਰਨ ਸ਼ੁਕਲ ਅਤੇ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਚੌਧਰੀ ਚਰਨ ਸਿੰਘ ਅਤੇ ਰਾਜ ਨਾਰਾਇਣ ਨੂੰ ਅਸਤੀਫਾ ਦੇਣ ਲਈ ਕਿਹਾ ਸੀ। ਉਸ ਤੋਂ ਬਾਅਦ ਹੈ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਗੂੜਾ ਸੰਬੰਧ। ਮੰਤਰੀ ਬਣਨ ਦੇ 6 ਮਹੀਨਿਆਂ ਦੇ ਅੰਦਰ ਅੰਦਰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਬਹੁਤ ਜ਼ਰੂਰੀ ਹੈ। ਮੰਤਰੀ ਪਰਿਸ਼ਦ ਦੀਆਂ ਬੈਠਕਾਂ ਵਿੱਚ ਭਾਗ ਲੈਂਦੇ ਹਨ। ਠੀਕ ਹੈ। ਬਿੱਲ ਪੇਸ਼ ਕਰਦੇ ਹਨ ਅਤੇ ਪਾਸ ਕਰਵਾਉਂਦੇ ਹਨ। ਸੰਸਦ ਦੇ ਮੈਂਬਰ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ।
ਉਸ ਤੋਂ ਬਾਅਦ ਹੈ ਮੰਤਰੀ ਪਰਿਸ਼ਦ ਦੇ ਵਿਧਾਨ ਪਾਲਿਕਾ ਦਾ ਕੰਟਰੋਲ, ਵਿਧਾਨ ਪਾਲਿਕਾ ਦਾ ਕੰਟਰੋਲ। ਮੰਤਰੀ ਪਰਿਸ਼ਦ ਦੀ ਸਮੂਹਿਕ ਜ਼ਿੰਮੇਵਾਰੀ, ਵਿਅਕਤੀਗਤ ਜ਼ਿੰਮੇਵਾਰੀ। ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਮੰਤਰੀ ਪਰਿਸ਼ਦ ਜਿਹੜਾ ਕਿ ਹੈ ਉਸ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਰਾਜਨੀਤਿਕ ਇਕਰੂਪਤਾ ਕੀ ਹੈ? ਰਾਜਨੀਤਿਕ ਇਕਰੂਪਤਾ, ਜੇਕਰ ਮੰਤਰੀਆਂ ਵਿਚਕਾਰ ਰਾਜਨੀਤਿਕ ਇਕਰੂਪਤਾ ਨਹੀਂ ਹੋਵੇਗੀ, ਰਾਜਨੀਤਿਕ ਇਕਰੂਪਤਾ ਨਹੀਂ ਹੋਵੇਗੀ ਯਾਨੀ ਕਿ ਉਹਨਾਂ ਵਿਚਕਾਰ ਆਪਸੀ ਮਤਭੇਦ ਪੈਦਾ ਹੋਣ ਲੱਗਣਗੇ ਜਿਸ ਨਾਲ ਰਾਜ ਪ੍ਰਬੰਧ ਨੂੰ ਨੁਕਸਾਨ ਹੋਵੇਗਾ। ਕੇਂਦਰ ਵਿੱਚ ਜਨਤਾ ਪਾਰਟੀ ਦੇ ਅਸਫਲ ਹੋਣ ਦਾ ਮੁੱਖ ਕਾਰਨ ਰਾਜਨੀਤਿਕ ਇਕਰੂਪਤਾ ਦੀ ਘਾਟ ਸੀ। ਠੀਕ ਹੈ। ਉਸ ਤੋਂ ਬਾਅਦ ਹੈ ਵਿਰੋਧੀ ਦਲ ਦੇ ਨੇਤਾ ਨੂੰ ਕਾਨੂੰਨੀ ਮਾਨਤਾ। ਵਿਰੋਧੀ ਦਲ ਦੇ ਜਿਹੜਾ ਨੇਤਾ ਹੁੰਦਾ ਹੈ ਉਸ ਨੂੰ ਕਾਨੂੰਨੀ ਮਾਨਤਾ ਦੇਣੀ ਪੈਂਦੀ ਹੈ। ਮੰਤਰੀ ਪਰਿਸ਼ਦ ਦਾ ਆਕਾਰ ਨਿਸ਼ਚਿਤ, ਮੰਤਰੀ ਪਰਿਸ਼ਦ ਦਾ ਆਕਾਰ ਨਿਸ਼ਚਿਤ ਕਰਨਾ ਜ਼ਰੂਰੀ ਹੁੰਦਾ ਹੈ। ਜ਼ਿੰਮੇਵਾਰ ਸਰਕਾਰ, ਉਸ ਤੋਂ ਬਾਅਦ ਸਾਡਾ ਜਿਹੜਾ ਇੰਪੋਰਟੈਂਟ ਟੌਪਿਕ ਹੈ ਉਹ ਹੈ ਜ਼ਿੰਮੇਵਾਰ ਸਰਕਾਰ। ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੁੰਦੀ ਹੈ। ਲੋਕ ਸਭਾ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਮੰਤਰੀ ਪਰਿਸ਼ਦ ਆਕਾਰ ਨਿਸ਼ਚਿਤ ਹੈ। ਮੰਤਰੀ ਪਰਿਸ਼ਦ ਦਾ ਕੀ ਹੈ? ਆਕਾਰ ਨਿਸ਼ਚਿਤ ਹੈ।